ਦੋਸਤੋ ਸਕਸੈਸ ਪੁਆਇੰਟ ਦੇ ਈ ਲਰਨਿੰਗ ਚੈਨਲ ਸੀਈਟੀ ਪੇਪਰ ਤੇ ਮੈਂ ਤੁਹਾਡਾ ਸਵਾਗਤ ਕਰਦਾ। ਸੋ ਅੱਜ ਆਪਣੀ ਐਂਸ਼ੀਅੰਟ ਹਿਸਟਰੀ ਦੀ ਲਾਸਟ ਕਲਾਸ ਹੈ ਜੀ, 7ਵੀਂ ਕਲਾਸ ਹੈ। ਇਸ ਤੋਂ ਪਹਿਲਾਂ ਆਪਣਾ 6 ਕਲਾਸਿਸ ਆ ਚੁੱਕੀਆਂ ਨੇ। ਸੋ ਅੱਜ ਆਪਣੇ ਜੋ ਲਾਸਟ ਲੈਕਚਰ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਹਰਸ਼ਾ ਐਰਾ, ਜੋ ਹਰਸ਼ਾ ਪੀਰੀਅਡ ਸੀ, ਔਰ ਇਸ ਤੋਂ ਇਲਾਵਾ ਜੋ ਸਾਊਥ ਇੰਡੀਆ ਦੇ ਵਿੱਚ ਜੋ ਦੂਸਰੇ ਵੰਸ਼ ਸੀ ਜਿਨ੍ਹਾਂ ਨੇ ਰਾਜ ਕੀਤਾ ਸੀ ਉਹਨਾਂ ਦੀ ਆਪਾਂ ਅੱਜ ਗੱਲ ਕਰਾਂਗੇ। ਸੋ ਸਟਾਰਟ ਕਰਨ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਸੋ ਅੱਜ ਦਾ ਆਪਣਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਹਰਸ਼ਾ ਪੀਰੀਅਡ। ਤਾਂ ਇਹ ਜੋ ਹਰਸ਼ਾ ਡਾਇਨੈਸਟੀ ਨਾਲ ਜੋ ਲੋਕ ਸਨ, ਇਹਨਾਂ ਨੂੰ ਪੁਸ਼ਾ ਬੂਟੀ ਜਾਂ ਵਰਦਨ ਡਾਇਨੈਸਟੀ ਵੀ ਆਖਿਆ ਜਾਂਦਾ ਸੀ। ਤਾਂ ਇਹ ਪੁਸ਼ਾ ਬੂਟੀ ਫੈਮਿਲੀ ਨਾਲ ਬਿਲੋਂਗ ਕਰਦੇ ਸਨ। ਇਹ ਹਰਿਆਣਾ ਦੇ ਥਾਨੇਸਵਰ ਤੋਂ ਰਾਜ ਕਰਦੇ ਸਨ। ਅਸਲ ਦੇ ਵਿੱਚ ਸਟਾਰਟਿੰਗ ਇਹ ਜੋ ਗੁਪਤ ਅੰਪਾਇਰ ਦੇ ਅੰਡਰ ਸਨ, ਬਟ ਜਦੋਂ ਹੁਨਾਜ਼ ਨੇ ਗੁਪਤ ਅੰਪਾਇਰ ਉੱਤੇ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਇਹ ਉਹਨਾਂ ਤੋਂ ਆਜ਼ਾਦ ਹੋ ਕੇ ਇਹਨਾਂ ਨੇ ਆਪਣਾ ਅਲੱਗ ਜੋ ਹੈ ਉਹ ਵੰਸ਼ ਸਥਾਪਿਤ ਕਰ ਲਿਆ। ਇਸ ਤੋਂ ਬਾਅਦ ਇਹਨਾਂ ਜੋ ਪਹਿਲਾ ਰੂਲਰ ਸੀ ਜੀ ਉਹ ਸੀਗਾ ਪ੍ਰਭਾਕਰ ਵਰਦਨ, ਜਿਸਨੇ 580 ਤੋਂ ਲੈ ਕੇ 605 ਏਡੀ ਤੱਕ ਜੋ ਹੈ ਰਾਜ ਕੀਤਾ। ਨੈਕਸਟ ਹੈ ਜੀ ਉਸਦਾ ਬੇਟਾ ਹਰਸ਼ਵਰਧਨ, ਜੋ ਕਿ ਬਹੁਤ ਹੀ ਇੰਪੋਰਟੈਂਟ ਹੈ। ਉਹ ਰਾਜਾ ਬਣਿਆ 606 ਤੋਂ ਲੈ ਕੇ 647 ਏਡੀ ਤੱਕ ਹੈ ਜੋ ਇਸਨੇ ਰਾਜ ਕੀਤਾ। ਇਹ ਪ੍ਰਭਾਕਰ ਵਰਦਨ ਦਾ ਬੇਟਾ ਸੀ। ਇਸਨੇ ਪੰਜਾਬ, ਕਨੌਜ, ਬੰਗਾਲ, ਬਿਹਾਰ ਅਤੇ ਉੜੀਸਾ ਤੇ ਜੋ ਹੈ ਉਹ ਆਪਦਾ ਰਾਜ ਸਥਾਪਿਤ ਕੀਤਾ। ਤੁਸੀਂ ਦੇਖ ਸਕਦੇ ਹੋ ਜੀ ਇਸ ਮੈਪ ਦੇ ਵਿੱਚ ਜੋ ਇਹ ਡਾਰਕ ਪਿੰਕ ਕਲਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ, ਇਹ ਸਾਰਾ ਏਰੀਆ ਜੋ ਹਰਸ਼ਵਰਧਨ ਨੇ ਆਪਣੇ ਅੰਡਰ ਕੀਤਾ ਹੋਇਆ ਸੀ। ਨੈਕਸਟ ਹੈ ਜੀ ਇਸਨੇ ਆਪਣੀ ਜੋ ਹਰਸ਼ਵਰਧਨ ਨੇ ਕੈਪੀਟਲ ਸੀ ਉਸਨੂੰ ਚੇਂਜ ਕਰਕੇ ਥਾਨੇਸਵਰ ਤੋਂ ਕਨੌਜ ਕਰ ਲਿਆ ਜੀ। ਹਰਸ਼ਵਰਧਨ ਨੂੰ ਸ਼ਿਲਾਦਿੱਤਿਆ ਵੀ ਆਖਿਆ ਜਾਂਦਾ ਸੀ। ਤਾਂ ਹਰਸ਼ਵਰਧਨ ਦੇ ਦਰਬਾਰ ਦੇ ਵਿੱਚ ਇੱਕ ਚਾਈਨੀਜ਼ ਟਰੈਵਲਰ, ਜਿਸਨੂੰ ਪ੍ਰਿੰਸ ਆਫ ਟਰੈਵਲਰ ਵੀ ਆਖਿਆ ਜਾਂਦਾ, ਹਿਊਨ-ਤਸਾਂਗ ਜੋ ਹੈ ਇਸ ਦੇ ਦਰਬਾਰ ਦੇ ਵਿੱਚ ਆਇਆ ਸੀ ਔਰ 8 ਸਾਲ ਇੱਥੇ ਜੋ ਹੈ ਇਸ ਦੇ ਦਰਬਾਰ ਦੇ ਵਿੱਚ ਰਿਹਾ, ਕੰਮ ਕੀਤਾ। ਤਾਂ ਹਰਸ਼ਵਰਧਨ ਹਰ 5 ਸਾਲ ਬਾਅਦ ਪ੍ਰਯਾਗ, ਜਿਸਨੂੰ ਇਲਾਹਾਬਾਦ ਵੀ ਕਿਹਾ ਜਾਂਦਾ ਸੀ ਜੀ, ਉੱਥੇ ਇੱਕ ਫੈਸਟੀਵਲ ਕਰਾਉਂਦਾ ਸੀ ਅਤੇ ਗਰੀਬਾਂ ਨੂੰ ਕਾਫੀ ਸਾਰਾ ਜੋ ਹੈ ਉਹ ਦਾਨ ਕਰਦਾ ਸੀ। ਨੈਕਸਟ ਹੈ ਜੀ ਹਰਸ਼ਵਰਧਨ ਨੂੰ ਪੁਲਕੇਸ਼ਿਨ II ਚਾਲੁਕਿਆ ਦਾ ਰਾਜਾ ਸੀ, ਉਸਨੇ 620 ਏਡੀ ਦੇ ਵਿੱਚ ਹਰਾਇਆ ਸੀ ਨਰਮਦਾ ਦੇ ਕੰਢੇ। ਤਾਂ ਇੱਕ ਬਾਣਭੱਟ ਸੀ ਇਸ ਦੇ ਦਰਬਾਰ ਦੇ ਵਿੱਚ ਕਵੀ, ਜਿਸਨੇ ਹਰਸ਼ ਚਰਿੱਤਰ ਲਿਖੀ ਸੀ, ਜੋ ਕਿ ਇਸਦੀ ਹਰਸ਼ਵਰਧਨ ਦੀ ਬਾਇਓਗ੍ਰਾਫੀ ਸੀ। ਇਸ ਤੋਂ ਇਲਾਵਾ ਬਾਣਭੱਟ ਨੇ ਕਦੰਬਰੀ ਲਿਖੀ ਜੀ। ਹਰਸ਼ਵਰਧਨ ਨੇ ਖੁਦ ਵੀ 3 ਜੋ ਪਲੇ ਲਿਖੇ ਸੀਗੇ, ਪ੍ਰਿਯਦਰਸ਼ਿਕਾ, ਰਤਨਾਵਲੀ ਔਰ ਨਾਗਨੰਦ। ਹੁਣ ਹਰਸ਼ਵਰਧਨ ਡਾਇਨੈਸਟੀ ਤੋਂ ਬਾਅਦ ਨੈਕਸਟ ਆਉਂਦਾ ਜੀ ਆਪਣਾ ਟੌਪਿਕ ਜੋ ਸਾਊਥ ਅਤੇ ਸੈਂਟਰਲ ਇੰਡੀਆ ਦੇ ਵਿੱਚ ਜੋ ਕਿੰਗਡਮ ਸਨ ਜੋ ਉਸ ਸਮੇਂ ਰਾਜ ਕਰਦੇ ਸਨ, ਉਸ ਦੀ ਗੱਲ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੋ ਹੈ ਕਵਰ ਕਰਾਂਗੇ ਵਾਕਾਟਾਕਸ। ਠੀਕ ਹੈ ਜੀ, ਲਗਭਗ 250 ਤੋਂ ਲੈ ਕੇ 500 ਏਡੀ ਤੱਕ ਜੋ ਹੈ ਇਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਸੀ। ਜੋ ਇਹਨਾਂ ਦਾ ਫਾਊਂਡਰ ਸੀ ਉਸਨੂੰ ਵਿੰਧਿਆ ਸ਼ਕਤੀ ਕਿਹਾ ਜਾਂਦਾ ਸੀ ਔਰ ਇਹ ਬ੍ਰਾਹਮਣ ਕਾਸਟ ਨਾਲ ਬਿਲੋਂਗ ਕਰਦੇ ਸਨ। ਇਹਨਾਂ ਨੇ ਜੋ ਡੈਕਨ ਮਤਲਬ ਦੱਖਣ ਅਤੇ ਸੈਂਟਰਲ ਇੰਡੀਆ ਦੇ ਕੁਝ ਹਿੱਸਿਆਂ ਦੇ ਵਿੱਚ ਜੋ ਹੈ ਆਪਣਾ ਕਬਜ਼ਾ ਕੀਤਾ ਹੋਇਆ ਸੀ। ਇਹਨਾਂ ਦਾ ਸਭ ਤੋਂ ਇੰਪੋਰਟੈਂਟ ਰਾਜਾ ਸੀ ਜੀ ਪ੍ਰਭਸੇਨ I, ਜਿਸਨੇ 4 ਅਸ਼ਵਮੇਧ ਯੱਗ ਕੀਤੇ ਸੀ। ਇਸ ਤੋਂ ਇਲਾਵਾ ਚੰਦਰਗੁਪਤ II ਨੇ ਆਪਣੀ ਬੇਟੀ ਪ੍ਰਭਾਵਤੀ ਦਾ ਵਿਆਹ ਜੋ ਕੀਤਾ ਸੀ ਉਹ ਰੁਦਰਸੇਨ II ਨਾਲ ਕੀਤਾ ਸੀ, ਜੋ ਕਿ ਵਾਕਾਟਾਕਸ ਦਾ ਇੱਕ ਰਾਜਾ ਸੀ। ਨੈਕਸਟ ਵੰਸ਼ ਆਉਂਦਾ ਜੀ ਚਾਲੁਕਿਆ ਤੋਂ ਵਤਾਪੀ, ਜੋ ਕਿ ਬਦਾਮੀ ਕਰਨਾਟਕਾ ਦੇ ਨਾਲ ਸੰਬੰਧਿਤ ਸਨ। ਇਹਨਾਂ ਦਾ ਜੋ ਫਾਊਂਡਰ ਸੀ ਉਹ ਸੀ ਪੁਲਕੇਸ਼ਿਨ I ਔਰ ਜੋ ਸਭ ਤੋਂ ਇੰਪੋਰਟੈਂਟ ਇਹਨਾਂ ਦਾ ਰਾਜਾ ਸੀ ਉਹ ਸੀ ਪੁਲਕੇਸ਼ਿਨ II, ਜੋ ਕਿ ਹਰਸ਼ ਦਾ ਸਮਕਾਲੀ ਸੀ। ਆਪਾਂ ਪਿੱਛੇ ਕਰਕੇ ਹਟੇ ਆ ਜੀ, ਨਰਮਦਾ ਦੇ ਕੰਢੇ ਹਰਸ਼ਵਰਧਨ ਨੂੰ ਹਰਾਇਆ ਸੀ ਪੁਲਕੇਸ਼ਿਨ II ਨੇ। ਬਹੁਤ ਹੀ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਵਾਰ-ਵਾਰ ਜੋ ਹੈ ਇਹ ਚੀਜ਼ ਰਿਪੀਟ ਹੋਈ ਹੈ। ਇਸ ਤੋਂ ਇਲਾਵਾ ਇਹਨਾਂ ਦੇ ਕੋਰਟ ਦੇ ਵਿੱਚ ਜੋ ਹੈ ਰਵੀ ਕੀਰਤੀ ਸੀ, ਜਿਸਨੇ ਅਹਿਲ ਇਨਸਕ੍ਰਿਪਸ਼ਨ ਜੋ ਹੈ ਉਹ ਲਿਖੀ ਸੀ, ਜਿਸਨੂੰ ਇੰਡੀਅਨ ਟੈਂਪਲ ਦਾ ਆਰਕੀਟੈਕਟ ਦਾ ਕ੍ਰੈਡਲ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਹਿੰਦਸਾਂਗ ਜੋ ਇਹਨਾਂ ਦੇ ਦਰਬਾਰ ਦੇ ਵਿੱਚ ਵੀ ਆਇਆ ਸੀ, ਔਰ ਇਹਨਾਂ ਦਾ ਜੋ ਆਖਰੀ ਰਾਜਾ ਸੀ ਉਹ ਸੀ ਜੀ ਕੀਰਤੀ ਵਰਮਨ 2। ਨੈਕਸਟ ਆਂਦਾ ਜੀ ਰਾਸ਼ਟਰਕੂਟਸ, ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਵੰਸ਼ ਹੈ ਇਹ, ਜਿਨ੍ਹਾਂ ਦਾ ਫਾਊਂਡਰ ਸੀ ਦਾਂਤੀ ਦੁਰਗ, ਔਰ ਇਹ ਜੋ ਸਟਾਰਟਿੰਗ ਦੇ ਵਿੱਚ ਇਹ ਚਾਲੁਕਿਆ ਜੋ ਸਨ ਉਹਨਾਂ ਦੇ ਡਿਸਟ੍ਰਿਕਟ ਆਫੀਸਰ ਸਨ। ਇਸ ਤੋਂ ਬਾਅਦ ਇਹਨਾਂ ਨੇ ਜੋ ਆਪਣਾ ਰਾਜ ਸਥਾਪਿਤ ਕੀਤਾ। ਇਹਨਾਂ ਦਾ ਜੋ ਰਾਜਾ ਸੀ ਕ੍ਰਿਸ਼ਨਾ 1, ਇਸਨੇ ਕੈਲਾਸ਼ ਟੈਂਪਲ ਬਣਵਾਇਆ ਸੀ ਜੀ ਅਲੌਰਾ ਵਿੱਚ। ਇਹ ਇੱਕ ਰੌਕ ਕੱਟ ਟੈਂਪਲ ਹੈ, ਮਤਲਬ ਇੱਕ ਚਟਾਨ ਨੂੰ ਕੱਟ ਕੇ ਬਣਾਇਆ ਹੋਇਆ ਟੈਂਪਲ ਸੀ ਇਹ। ਤਾਂ ਇਹ ਦ੍ਰਾਵਿਡਨ ਸਟਾਈਲ ਦੇ ਵਿੱਚ ਬਣਿਆ। ਦ੍ਰਾਵਿਡਨ ਸਟਾਈਲ ਤੁਸੀਂ ਦੇਖੇ ਹੋਣਗੇ ਸਾਊਥ ਦੇ ਮੰਦਿਰ ਇਸ ਤਰੀਕੇ ਨਾਲ ਬਣੇ ਹੁੰਦੇ ਨੇ, ਇਸ ਤਰੀਕੇ ਨਾਲ, ਤਾਂ ਇਹ ਦ੍ਰਾਵਿਡਨ ਸਟਾਈਲ ਹੁੰਦਾ ਹੈ, ਇਹ ਇਸ ਤਰੀਕੇ ਨਾਲ ਬਣੇ ਹੋਏ ਸੀ। ਇਸ ਤੋਂ ਇਲਾਵਾ ਇਹਨਾਂ ਦਾ ਇੱਕ ਰਾਜਾ ਸੀ ਰਾਸ਼ਟਰਕੂਟਸ ਦਾ ਅਮੋਘ ਵੰਸ਼, ਠੀਕ ਹੈ, ਉਸਨੂੰ ਜੋ ਹੈ ਉਹ ਵਿਕਰਮਦਿੱਤਿਆ ਨਾਲ ਉਸਦੀ ਤੁਲਨਾ ਕੀਤੀ ਜਾਂਦੀ ਸੀ। ਅਤੇ ਇਸਨੇ ਆਪਣੀਆਂ ਜੋ ਹੈ ਪੋਇਟਰੀਜ਼ ਲਿਖੀਆਂ ਸੀ, ਜਿਸ ਦੇ ਵਿੱਚੋਂ ਇੱਕ ਤਾਂ ਹੈ ਜੀ ਕਵੀ ਰਾਜਮਾਰਗ, ਔਰ ਇਸ ਤੋਂ ਇਲਾਵਾ ਜੋ ਹੈ ਉਹ ਹੈ ਪ੍ਰਸ਼ਨੋਤਰ ਮਲਿਕਾ। ਇਸ ਤੋਂ ਇਲਾਵਾ ਇਹਨਾਂ ਦਾ ਇੱਕ ਰਾਜਾ ਸੀ ਜੀ, ਉਹ ਸੀ ਕ੍ਰਿਸ਼ਨਾ 3, ਜਿਸਨੇ ਜੋ ਹੈ ਰਾਮੇਸ਼ਵਰ ਟੈਂਪਲ ਬਣਵਾਇਆ ਸੀ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ। ਇਸ ਤੋਂ ਨੈਕਸਟ ਆਂਦਾ ਜੀ ਜੋ ਰਾਸ਼ਟਰਕੂਟਸ ਸਨ, ਇਹਨਾਂ ਨੂੰ ਜੋ ਹੈ ਹਿਸਟਰੀ ਆਪਣੇ ਜੋ ਆਰਕੀਟੈਕਟ ਦੇ ਵਿੱਚ ਬਹੁਤ ਵੱਡੀ ਦੇਣ ਹੈ। ਜਿਵੇਂ ਕਿ ਇਹਨਾਂ ਨੇ ਐਲੀਫੈਂਟਾ ਜੋ ਹੈ ਉਹ ਬਣਵਾਈਆਂ ਸੀ, ਜੋ ਕਿ ਸ਼ਿਵ ਨੂੰ ਸਮਰਪਿਤ ਹਨ। ਔਰ ਇੱਥੇ ਇੱਕ ਜੋ ਹੈ ਸ਼ਿਵ ਦੀ ਇੱਕ ਮੂਰਤੀ ਹੈ ਮਹੇਸ਼, ਜਿਸ ਨੂੰ ਕਿ ਤ੍ਰਿਮੂਰਤੀ ਵੀ ਆਖਿਆ ਜਾਂਦਾ ਹੈ। ਔਰ ਇਸ ਦੇ ਵਿੱਚ ਮਤਲਬ 3 ਫੇਜ਼ ਨੇ ਉਹ ਦਿਖਾਏ ਗਏ ਨੇ, ਇੱਕ ਕ੍ਰੀਏਟਰ ਕਿਹਾ ਜਾਂਦਾ ਹੈ, ਇੱਕ ਪ੍ਰੀਜ਼ਰਵਰ ਕਿਹਾ ਜਾਂਦਾ ਹੈ, ਔਰ ਇੱਕ ਡਿਸਟਰੋਇਰ ਕਿਹਾ ਜਾਂਦਾ ਹੈ ਸ਼ਿਵ ਨੂੰ। ਆ ਤੁਸੀਂ ਦੇਖ ਸਕਦੇ ਹੋ ਜੀ ਐਲੀਫੈਂਟਾ ਕੇਵਜ਼ ਮਹਾਰਾਸ਼ਟਰ ਦੇ ਵਿੱਚ ਹਨ ਇਹ। ਨੈਕਸਟ ਆਂਦਾ ਜੀ ਗੰਗੇਜ਼, ਠੀਕ ਹੈ ਜੀ, ਉੜੀਸਾ ਦੇ ਵਿੱਚ ਸਨ ਬੇਸਿਕਲੀ ਇਹ। ਔਰ ਇਹਨਾਂ ਨੇ ਜ਼ਿਆਦਾਤਰ ਜੋ ਸਭ ਤੋਂ ਜ਼ਿਆਦਾ ਇਹਨਾਂ ਦੀ ਇੰਪੋਰਟੈਂਸ ਆ ਉਹ ਹੈ ਇਹਨਾਂ ਦੇ ਟੈਂਪਲ। ਇਹਨਾਂ ਨੇ ਜੋ ਟੈਂਪਲ ਬਣਵਾਏ ਸੀ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਨ। ਤਾਂ ਉਹ ਤਿੰਨੋਂ ਜੋ ਹੈ ਉਹ ਪੇਪਰ ਦੇ ਵਿੱਚ ਆਉਂਦੇ ਨੇ ਜੋ ਮੇਨ ਨੇ, ਜਿਸ ਦੇ ਵਿੱਚ ਸਭ ਤੋਂ ਇਹਨਾਂ ਦਾ ਜੋ ਇੱਕ ਰਾਜਾ ਸੀਗਾ ਪਹਿਲਾ ਨਰਸਿਮ ਦੇਵਾ, ਉਸਨੇ ਸਨ ਟੈਂਪਲ ਬਣਾਇਆ ਸੀ ਜੀ ਕੋਨਾਰਕ ਦੇ ਵਿੱਚ, ਉੜੀਸਾ ਦੇ ਵਿੱਚ ਹੀ ਇਹ। ਇਸ ਨੂੰ ਬਲੈਕ ਪਗੋੜਾ ਵੀ ਆਖਿਆ ਜਾਂਦਾ ਹੈ। ਇਹ ਪਿੱਛੇ ਇੱਕ ਪੇਪਰ ਦੇ ਵਿੱਚ ਆਇਆ ਸੀ ਕਿ ਬਲੈਕ ਪਗੋੜਾ ਹੈ ਉਹ ਕਿਸ ਟੈਂਪਲ ਨੂੰ ਆਖਿਆ ਜਾਂਦਾ ਹੈ। ਤਾਂ ਇਹਨਾਂ ਦਾ ਜੋ ਨੈਕਸਟ ਰਾਜਾ ਹੈ ਜੀ ਅਨੰਤ ਵਰਮਨ ਗੰਗੇ, ਠੀਕ ਹੈ, ਉਸਨੇ ਜੋ ਹੈ ਇੱਕ ਬਹੁਤ ਹੀ ਫੇਮਸ ਟੈਂਪਲ ਜਗਨਨਾਥ ਬਣਵਾਇਆ ਸੀ ਜੀ ਪੁਰੀ ਜੀ, ਇਹ ਵੀ ਉੜੀਸਾ ਦੇ ਵਿੱਚ ਹੈ। ਇਸ ਨੂੰ ਵਾਈਟ ਪਗੋੜਾ ਆਖਿਆ ਜਾਂਦਾ ਹੈ। ਇਸ ਤੋਂ ਬਾਅਦ ਜਜਾਤੀ ਕੇਸਰੀ ਸੀ ਜੀ, ਠੀਕ ਹੈ, ਸੋਮਾਵੰਸ਼ੀ ਡਾਇਨਾਸਟੀ ਦੇ ਸੀ ਉਹ ਵੀ, ਠੀਕ ਹੈ, ਗੰਗੇਜ ਦੇ ਵਿੱਚੋਂ ਸੀ ਇਹ। ਅਤੇ ਇਹਨਾਂ ਨੇ ਲਿੰਗਰਾਜ ਟੈਂਪਲ ਬਣਵਾਇਆ ਸੀ ਭੁਵਨੇਸ਼ਵਰ ਉੜੀਸਾ ਦੀ, ਜੋ ਕਿ ਰਾਜਧਾਨੀ ਹੈ, ਉੱਥੇ ਬਣਵਾਇਆ ਸੀ। ਤੁਸੀਂ ਦੇਖ ਸਕਦੇ ਹੋ ਜੀ ਸਨ ਟੈਂਪਲ ਕੋਨਾਰਕ ਉੜੀਸਾ ਦੇ ਵਿੱਚ, ਇਹ ਹੈ ਸਨ ਟੈਂਪਲ ਜੀ। ਨੈਕਸਟ ਹੈ ਜੀ ਜਗਨਨਾਥ ਟੈਂਪਲ, ਪੁਰੀ ਦੇ ਵਿੱਚ ਉੜੀਸਾ ਦੇ ਵਿੱਚ ਜਗਨਨਾਥ ਟੈਂਪਲ ਹੈ ਜੀ। ਨੈਕਸਟ ਹੈ ਜੀ ਲਿੰਗਰਾਜ ਟੈਂਪਲ, ਜੋ ਕਿ ਭੁਵਨੇਸ਼ਵਰ ਉੜੀਸਾ ਦੇ ਵਿੱਚ ਹੈ, ਤੁਸੀਂ ਦੇਖ ਸਕਦੇ ਹੋ, ਇਹ ਲਿੰਗਰਾਜ ਟੈਂਪਲ ਦੀ ਫੋਟੋ ਹੈ। ਅਗਲਾ ਵੰਸ਼ ਆਂਦਾ ਜੀ ਪਾਲਵਾਸ, ਠੀਕ ਹੈ ਜੀ। ਤਾਂ ਇਹਨਾਂ ਦਾ ਜੋ ਫਾਊਂਡਰ ਸੀਗਾ ਉਹ ਸੀ ਸੀਮਾ ਵਿਸ਼ਨੂੰ, ਔਰ ਇਹਨਾਂ ਦੀ ਜੋ ਕੈਪੀਟਲ ਸੀ ਉਹ ਕਾਂਚੀ ਸੀ, ਜੋ ਕਿ ਚੇਨਈ ਦੇ ਕੋਲ ਸਥਿਤ ਹੈ। ਔਰ ਇਹਨਾਂ ਦਾ ਸਭ ਤੋਂ ਜੋ ਮਹਾਨ ਰਾਜਾ ਸੀ ਉਹ ਸੀਗਾ ਨਰਸਿਮ ਵਰਮਨ 1, ਜਿਸਨੇ ਕਿ ਮੈਮਲਪੁਰਮ ਜੋ ਹੈ ਉਸਦੀ ਸਥਾਪਨਾ ਕੀਤੀ ਸੀ, ਜਿਸ ਨੂੰ ਮਹਾਬਲੀਪੁਰਮ ਵੀ ਆਖਿਆ ਜਾਂਦਾ ਹੈ। ਔਰ ਇੱਥੇ ਇੱਕ ਜੋ ਹੈ ਟੈਂਪਲ ਬਣਵਾਇਆ ਸੀ ਰੱਥ ਟੈਂਪਲ, ਇਹ ਵੀ ਇੱਕ ਰੌਕ ਕੱਟ ਟੈਂਪਲ ਹੈ। ਇਸ ਮਤਲਬ ਇੱਕ ਇਸ ਤਰੀਕੇ ਦਾ ਟੈਂਪਲ ਹੈ ਕਿ ਇਸ ਦੇ ਉੱਪਰ ਇੱਕ ਰੱਥ ਸੀ ਸ਼ੇਪ ਦਾ ਜੋ ਹੈ ਉਹ ਮਤਲਬ ਕਲਾਕ੍ਰਿਤੀ ਜੋ ਹੈ ਉਹ ਬਣੀ ਹੋਈ ਹੈ। ਇਸ ਤੋਂ ਬਾਅਦ ਇਹਨਾਂ ਦਾ ਇੱਕ ਰਾਜਾ ਸੀ ਨਰਸਿਮ ਵਰਮਨ 2, ਜਿਸਨੇ ਕੈਲਾਸ਼ਨਾਥ ਟੈਂਪਲ ਆਫ ਕਾਂਚੀ, ਇਹ ਕਾਂਚੀ ਦੇ ਵਿੱਚ ਵੀ ਇੱਕ ਸਥਿਤ ਹੈ ਕੈਲਾਸ਼ਨਾਥ ਟੈਂਪਲ ਤਾਮਿਲਨਾਡੂ ਦੇ ਵਿੱਚ, ਉਹ ਬਣਵਾਇਆ ਸੀ। ਨੈਕਸਟ ਆਂਦਾ ਜੀ ਚੋਲਾਸ, ਠੀਕ ਹੈ ਜੀ, ਇਹਨਾਂ ਦਾ ਫਾਊਂਡਰ ਸੀ ਵਿਜयालया, ਔਰ ਇਹਨਾਂ ਦੀ ਜੋ ਕੈਪੀਟਲ ਸੀ ਉਹ ਸੀ ਤੰਜੌਰ, ਤਾਮਿਲਨਾਡੂ ਦੇ ਵਿੱਚ ਹੈ। ਇਹਨਾਂ ਦਾ ਜੋ ਸਭ ਤੋਂ ਮਹਾਨ ਰਾਜਾ ਸੀ ਉਹ ਸੀ ਰਾਜ ਰਾਜਾ 1, 985 ਤੋਂ ਲੈ ਕੇ 1014 ਈੜੀ ਤੱਕ ਇਸਨੇ ਰਾਜ ਕੀਤਾ ਸੀ। ਔਰ ਇਸਨੇ ਜੋ ਹੈ ਨਾਰਥ ਸ਼੍ਰੀਲੰਕਾ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਔਰ ਇਸ ਤੋਂ ਇਲਾਵਾ ਜੋ ਰਾਜ ਰਾਜਾ 1 ਸੀ, ਇਸਨੇ ਰਾਜ ਰਾਜੇਸ਼ਵਰੀ ਟੈਂਪਲ ਬਣਵਾਇਆ ਸੀ ਜੀ ਤੰਜੌਰ ਦੇ ਵਿੱਚ, ਜਿਸ ਨੂੰ ਬ੍ਰਹਦੇਸ਼ਵਰ ਟੈਂਪਲ ਵੀ, ਸ਼ਿਵਾ ਟੈਂਪਲ ਵੀ ਆਖਿਆ ਜਾਂਦਾ ਹੈ।
ਨੈਕਸਟ ਰਾਜਾ ਆਂਦਾ ਜੀ ਇਹਨਾਂ ਦਾ ਰਜਿੰਦਰ 1, ਜਿਸ ਨੇ ਪੂਰਾ ਦਾ ਪੂਰਾ ਜੋ ਸ਼੍ਰੀਲੰਕਾ ਸੀ ਉਸ ਤੇ ਕਬਜ਼ਾ ਕੀਤਾ। ਤਾਂ ਇਸ ਨੂੰ ਗੰਗਈ ਕੋਂਡਾ ਵੀ ਆਖਿਆ ਜਾਂਦਾ ਸੀ। ਤਾਂ ਇਹਨਾਂ ਦੀ ਜੋ ਚੋਲਾਸ ਦੀ ਜੋ ਆਰਮੀ ਸੀ, ਮਤਲਬ ਨੇਵੀ ਸੀ ਸੌਰੀ, ਉਹ ਬਹੁਤ ਹੀ ਸਟਰੋਂਗ ਸੀ। ਔਰ ਜੋ ਚੋਲਾ ਵੰਸ਼ ਹੈ ਉਸਨੇ ਨਟਰਾਜ ਦੀ ਜੋ ਮੂਰਤੀ ਹੈ, ਮਤਲਬ ਕਲਾਕ੍ਰਿਤੀ ਹੈ, ਉਸ ਦੀ ਦੇਣ ਦੇ ਵਿੱਚ ਜੋ ਮਤਲਬ ਉਸ ਨੂੰ ਜੋ ਹੈ ਉਹ ਬਣਵਾਇਆ ਸੀ। ਤੁਸੀਂ ਦੇਖ ਸਕਦੇ ਹੋ ਇਹ ਨਟਰਾਜ ਦੀ ਮੂਰਤੀ ਸ਼ਿਵਾ ਦੀ। ਅਗਲਾ ਵੰਸ਼ ਆਂਦਾ ਜੀ ਪਾਲਾਸ ਆਫ ਬੰਗਾਲ। ਇਹਨਾਂ ਦਾ ਜੋ ਫਾਊਂਡਰ ਸੀ ਉਹ ਸੀਗਾ ਗੋਪਾਲਾ। 750 ਏਡੀ ਦੇ ਲਗਭਗ ਇਸਨੇ ਜੋ ਹੈ ਰਾਜ ਕੀਤਾ ਸੀ। ਔਰ ਉਸ ਤੋਂ ਬਾਅਦ ਜੋ ਨੈਕਸਟ ਰਾਜਾ ਬਣਿਆ ਜੀ ਧਰਮਪਾਲ, ਠੀਕ ਹੈ ਜੀ, ਇਸਨੇ ਕਨੌਜ ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਆਪਣੀ ਕੈਪੀਟਲ ਨੂੰ ਬਦਲ ਕੇ ਮੰਗੇਰ ਕੀਤਾ ਸੀ, ਜੋ ਕਿ ਬਿਹਾਰ ਦੇ ਵਿੱਚ ਸਥਿਤ ਹੈ। ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਹੈ ਜੀ ਧਰਮਪਾਲ ਨੇ ਵਿਕਰਮਸ਼ਿਲਾ ਯੂਨੀਵਰਸਿਟੀ ਹੈ ਜੋ ਕਿ ਬਿਹਾਰ ਦੇ ਵਿੱਚ ਹੈ, ਉਸ ਦੀ ਜੋ ਹੈ ਸਥਾਪਨਾ ਕੀਤੀ ਸੀ। ਇਸ ਤੋਂ ਇਲਾਵਾ ਇਹਨਾਂ ਦਾ ਰਾਜਾ ਸੀ ਜੀ ਦੇਵਪਾਲ, ਜਿਸਨੇ ਉੜੀਸਾ ਅਤੇ ਅਸਾਮ ਤੇ ਜੋ ਹੈ ਉਹ ਕਬਜ਼ਾ ਕੀਤਾ। ਇਸ ਤੋਂ ਬਾਅਦ ਜੋ ਪਾਲਾਸ ਤੋਂ ਬਾਅਦ ਜੋ ਇਹਨਾਂ ਨੂੰ ਖਤਮ ਕੀਤਾ ਉਹ ਅਗਲਾ ਵੰਸ਼ ਸੀ ਜੀ ਸੇਨਾਜ਼ ਆਫ ਬੰਗਾਲ ਦੇ ਵਿੱਚ, ਠੀਕ ਹੈ। ਔਰ ਇਹਨਾਂ ਦਾ ਜੋ ਫਾਊਂਡਰ ਸੀ ਸੇਨਾਜ਼ ਦਾ ਉਹ ਸੀ ਹੇਮੰਤ ਸੇਨ। ਅਗਲੇ ਆਂਦੇ ਨੇ ਜੀ ਰਾਜਪੂਤ ਵੰਸ਼। ਇਹ ਜੋ 4 ਤਰ੍ਹਾਂ ਦੇ ਅੱਗੇ ਜੋ ਹੈ ਵੰਡੇ ਹੋਏ ਸਨ, ਇਹ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਵੰਡੇ ਹੋਏ ਸੀ ਰਾਜਪੂਤ। ਸਭ ਤੋਂ ਪਹਿਲੇ ਆਂਦੇ ਨੇ ਜੀ ਪ੍ਰਤਿਹਾਰ ਆਫ, ਜੋ ਕਿ ਸਾਊਥ ਆਫ ਰਾਜਸਥਾਨ, ਮਤਲਬ ਰਾਜਸਥਾਨ ਦੇ ਸਾਊਥ ਵਿੱਚ ਸਨ ਇਹ। ਇਸ ਤੋਂ ਚੌਹਾਨ ਜੋ ਕਿ ਈਸਟ ਰਾਜਸਥਾਨ ਦੇ ਵਿੱਚ ਸਨ। ਚਾਲੁਕਿਆਸ ਜੋ ਕਿ ਸਲੰਕੀਸ ਬਤਾਪੀ ਆਪਾਂ ਪਿੱਛੇ ਪੜ੍ਹੇ ਨੇਗੇ, ਇਹਨਾਂ ਨੂੰ ਸਲੰਕੀਸ ਵੀ ਆਖਿਆ ਜਾਂਦਾ ਸੀ ਚਾਲੁਕਿਆਸ ਨੂੰ। ਇਸ ਤੋਂ ਬਾਅਦ ਆਂਦਾ ਜੀ ਪਰਾਮਾਰਸ, ਠੀਕ ਹੈ, ਜੋ ਕਿ ਪਵਾਰ ਮਤਲਬ ਮਾਲਵਾ ਦੇ ਵਿੱਚ ਸਥਿਤ ਸਨ। ਇਸ ਤੋਂ ਇਲਾਵਾ 2 ਹੋਰ ਵੰਸ਼ ਸਨ ਜਿਨ੍ਹਾਂ ਨੂੰ ਸੂਰਿਆ ਵੰਸ਼ ਵੀ ਆਖਿਆ ਜਾਂਦਾ ਸੀ ਔਰ ਚੰਦਰ ਵੰਸ਼ ਆਖਿਆ ਜਾਂਦਾ ਸੀ। ਇਸ ਤੋਂ ਨੈਕਸਟ ਆਂਦੇ ਨੇ ਜੀ ਪ੍ਰਤਿਹਾਰ, ਇਹਨਾਂ ਨੂੰ ਗੁਰਜਰ ਪ੍ਰਤਿਹਾਰ ਵੀ ਆਖਿਆ ਜਾਂਦਾ ਸੀ। ਇਹਨਾਂ ਦਾ ਜੋ ਫਾਊਂਡਰ ਸੀਗਾ ਉਹ ਸੀ ਹਰੀਚੰਦਰ, ਔਰ ਜੋ ਇਹ ਵੰਸ਼ ਸੀ ਇਹ ਜੋਧਪੁਰ ਦੇ ਨੇੜੇ ਸੀ ਸਥਿਤ। ਇਹਨਾਂ ਦੀ ਜੋ ਕੈਪੀਟਲ ਸੀ ਉਹ ਉਜੈਨ ਸੀ। ਔਰ ਇਹਨਾਂ ਦਾ ਜੋ ਸਭ ਤੋਂ ਮਹਾਨ ਰਾਜਾ ਸੀ ਉਹ ਸੀ ਜੀ ਭੋਜ, ਆਲਸੋ ਕਾਲਡ ਮਹਿੰਦਰ ਭੋਜ, ਇਸਨੂੰ ਮਹਿੰਦਰ ਭੋਜ ਵੀ ਆਖਿਆ ਜਾਂਦਾ ਸੀ। ਇਹ ਜੋ ਹੈ ਸਭ ਤੋਂ ਇੰਪੋਰਟੈਂਟ ਲੜਾਈ ਹੈ ਜੀ ਇਹ ਟ੍ਰੀਪਾਰਟਾਈਟ ਸਟਰਗਲ, ਠੀਕ ਹੈ। ਇਹ 3 ਵੰਸ਼ ਦੇ ਵਿਚਕਾਰ ਹੋਈ ਸੀ। ਕਿਹੜੇ ਕਿਹੜੇ ਵੰਸ਼ ਹਨ? ਇੱਕ ਤਾਂ ਪਾਲਾ ਸੀ ਜੀ, ਇਸ ਤੋਂ ਗੁਰਜਰ ਪ੍ਰਤਿਹਾਰ ਸੀ, ਔਰ ਥਰਡ ਸੀ ਜੀ ਰਾਸ਼ਟਰਕੂਟ। ਇਹ ਜੋ ਲੜਾਈ ਹੋਈ ਸੀ ਇਹ ਟ੍ਰੀਪਾਰਟਾਈਟ ਸਟਰਗਲ, ਇਹ ਕਨੌਜ ਦੇ ਲਈ ਹੋਈ ਸੀ, ਕਨੌਜ ਤੇ ਜਿੱਤ ਪ੍ਰਾਪਤ ਕਰਨ ਦੇ ਲਈ ਹੋਈ ਸੀ, ਜੋ ਕਿ ਯੂਪੀ ਦੇ ਵਿੱਚ ਹੈ। ਤਾਂ ਇਸ ਦੇ ਵਿੱਚ ਜੋ ਗੁਰਜਰ ਪ੍ਰਤਿਹਾਰ ਸਨ ਉਹ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਸੀ। ਉਸ ਸਮੇਂ ਜੋ ਗੁਰਜਰ ਪ੍ਰਤਿਹਾਰ ਦਾ ਜੋ ਰਾਜਾ ਸੀ ਉਹ ਸੀ ਜੀ ਨਾਗਭਟ 2। ਇਸ ਤੋਂ ਇਲਾਵਾ ਕੁਝ ਹੋਰ ਵੰਸ਼ ਸਨ ਛੋਟੇ ਛੋਟੇ, ਔਰ ਉਹਨਾਂ ਨੇ ਜੋ ਕੁਝ ਹੋਰ ਬਣਵਾਇਆ ਉਸ ਸਮੇਂ, ਠੀਕ ਹੈ, ਉਸ ਦੀ ਆਪਾਂ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਜੋ ਚੰਦੇਲਾ ਜੋ ਬੰਦੇਲਖੰਡ ਸੀ ਜੀ, ਉਹਨਾਂ ਨੇ ਕੇਂਦਰੀਆ ਮਹਾਦੇਵਾ ਟੈਂਪਲ ਬਣਵਾਇਆ ਸੀ ਜਰਾਹੋ, ਜੋ ਕਿ ਐਮਪੀ ਦੇ ਵਿੱਚ ਹੈ, ਮੱਧ ਪ੍ਰਦੇਸ਼ ਦੇ ਵਿੱਚ। ਇਸ ਤੋਂ ਇਲਾਵਾ ਚਾਲੁਕਿਆਸ ਫਲੰਕੀਜ਼ ਵੀ ਆਖਿਆ ਜਾਂਦਾ ਇਹਨਾਂ ਨੂੰ, ਗੁਜਰਾਤ ਦੇ ਵਿੱਚ ਇਹਨਾਂ ਨੇ ਦਿਲਵਰਾ ਟੈਂਪਲ ਬਣਵਾਇਆ ਸੀ ਜੀ, ਜੋ ਕਿ ਜੈਨਿਜ਼ਮ ਦਾ ਟੈਂਪਲ ਹੈ। ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਇਹ ਮਾਊਂਟ ਆਬੂ ਰਾਜਸਥਾਨ ਦੇ ਵਿੱਚ ਹੈ ਇਹ ਜੋ ਮੰਦਿਰ ਹੈ। ਇਸ ਤੋਂ ਇਲਾਵਾ ਜੋ ਸਿਟੀ ਆਫ ਦਿੱਲੀ ਦਿੱਲੀ ਦਾ ਪੁਰਾਣਾ ਨਾਮ ਹੈ ਜੀ, ਇਸ ਨੂੰ ਜੋ ਇਸ ਦੀ ਸਥਾਪਨਾ ਕੀਤੀ ਸੀ ਅਨੰਗਪਾਲ ਨੇ, ਠੀਕ ਹੈ ਜੀ। ਇਹ ਤੈਮੂਰ ਦਾ ਇੱਕ ਰਾਜਾ ਸੀ। ਇਸ ਤੋਂ ਇਲਾਵਾ ਨੈਕਸਟ ਪੁਆਇੰਟ ਹੈ ਜੀ ਸੂਰਿਆਵਰਮਨ 2 ਨਾਮ ਦਾ ਇੱਕ ਰਾਜਾ ਸੀ, ਜਿਸ ਨੇ ਕੰਬੋਡੀਆ ਦੇ ਵਿੱਚ ਇੱਕ ਮੰਦਿਰ ਬਣਵਾਇਆ ਸੀ ਅੰਕੋਰ ਵਾਟ ਟੈਂਪਲ। ਇਹ ਲਾਰਡ ਵਿਸ਼ਨੂੰ ਦਾ ਟੈਂਪਲ ਹੈ ਜੀ। ਇਹ ਦੁਨੀਆ ਦਾ ਸਭ ਤੋਂ ਵੱਡਾ ਟੈਂਪਲ ਹੈ ਜੀ ਐਟ ਪ੍ਰੈਜ਼ੈਂਟ। ਨੈਕਸਟ ਆਂਦਾ ਜੀ ਕੁਝ ਫੇਮਸ ਵਰਕ ਨੇ ਜੋ ਉਸ ਸਮੇਂ ਦੇ ਕੁਝ ਜੋ ਰਾਈਟਰ ਸੀਗੇ ਲਿਟਰੇਚਰ ਨਾਲ ਸੰਬੰਧਿਤ, ਉਹਨਾਂ ਨੇ ਜੋ ਹੈ ਕੀਤੇ ਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸੋਮਦੇਵ, ਜਿਨ੍ਹਾਂ ਨੇ ਕਥਾ ਸਰਿਤ ਸਾਗਰ ਲਿਖੀ ਸੀ। ਬਿਲਹਨ, ਜਿਨ੍ਹਾਂ ਨੇ ਵਿਕਰਮ ਦੇਵਚਰਿਤ ਲਿਖੀ ਸੀ ਜੀ। ਕਲਹਨ ਬਹੁਤ ਹੀ ਇੰਪੋਰਟੈਂਟ ਹੈ ਜੀ, ਰਾਜ ਤਰੰਗਨੀ ਲਿਖੀ ਸੀ। ਇਹ ਕਸ਼ਮੀਰ ਦੀ ਹਿਸਟਰੀ ਹੈ ਜੀ, ਇਹ ਕਲਹਨ ਨੇ ਲਿਖੀ ਸੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜੈਦੇਵ, ਇਹ ਵੀ ਪੇਪਰ ਦੇ ਵਿੱਚ ਅਕਸਰ ਬਾਰ-ਬਾਰ ਪੁੱਛੀ ਗਈ ਜੀ, ਗੀਤ ਗੋਬਿੰਦ ਲਿਖੀ ਸੀ ਜੀ। ਇਸ ਤੋਂ ਇਲਾਵਾ ਚਚਨਾਮ, ਇਹ ਸਿੰਧ ਦੀ ਹਿਸਟਰੀ ਹੈ ਜੀ, ਬਹੁਤ ਹੀ ਇੰਪੋਰਟੈਂਟ ਹੈ।
ਨੈਕਸਟ ਆਉਂਦਾ ਜੀ ਉਸ ਸਮੇਂ ਕੁਝ ਜਗ੍ਹਾ ਜਾਂ ਆਪਾਂ ਕਹਿ ਲਈਏ ਕੁਝ ਦੇਸ਼ ਜਿਨ੍ਹਾਂ ਨੂੰ ਜੋ ਹੈ ਉਸ ਸਮੇਂ ਕੁਝ ਅਲੱਗ ਨਾਮ ਨਾਲ ਜਾਣਿਆ ਜਾਂਦਾ ਸੀ, ਜਿਵੇਂ ਕਿ ਮਿਆਂਮਾਰ ਹੈ ਜੀ ਅੱਜ ਦੇ ਸਮੇਂ ਦਾ, ਉਸ ਨੂੰ ਸਵਰਨ ਭੂਮੀ ਆਖਿਆ ਜਾਂਦਾ ਸੀ। ਜਾਵਾ ਇਹ ਇੰਡੋਨੇਸ਼ੀਆ ਦਾ ਇੱਕ ਆਈਲੈਂਡ ਹੈ, ਇਸ ਨੂੰ ਸਵਰਨ ਦੀਪ ਵੀ ਆਖਿਆ ਜਾਂਦਾ ਸੀ। ਕੰਬੋਡੀਆ ਜਿਸ ਨੂੰ ਕੰਬੋਜਾ ਆਖਿਆ ਜਾਂਦਾ ਸੀ ਉਸ ਸਮੇਂ। ਇਸ ਤੋਂ ਵੀਅਤਨਾਮ ਦੇਸ਼ ਹੈ ਜੀ, ਉਸ ਨੂੰ ਚੰਪਾ ਆਖਿਆ ਜਾਂਦਾ ਸੀ। ਨੈਕਸਟ ਆਉਂਦਾ ਜੀ ਹੁਣ ਅੱਗੇ ਅੱਗੇ ਆਂਦੇ ਆਂਦੇ ਕੀ ਹੋਇਆ ਜੀ, ਮੁਸਲਿਮ ਜੋ ਸੀਗਾ ਉਸਦੀ ਦੁਨੀਆ ਦੇ ਵਿੱਚ ਉਸਦੀ ਸਥਾਪਨਾ ਹੋਈ। ਤਾਂ ਸਭ ਤੋਂ ਪਹਿਲਾ ਮੁਸਲਿਮ ਸੀ ਜੋ ਭਾਰਤ ਦੇ ਵਿੱਚ, ਜਿਵੇਂ ਕਿ ਆਪਾਂ ਅਰਬ ਲਿਖਿਆ ਹੋਇਆ ਅਰਬ ਸੀ ਜੋ, ਉਹ ਕੌਣ ਆਇਆ ਸੀ? ਸਭ ਤੋਂ ਪਹਿਲਾ ਜੋ ਅਰਬ ਸੀ ਜਿਸਨੇ ਮਤਲਬ ਭਾਰਤ ਤੇ ਹਮਲਾ ਕੀਤਾ ਸੀ ਉਹ ਸੀ ਜੀ ਮੁਹੰਮਦ ਬਿਨ ਕਾਸਿਮ। ਇਸਨੇ ਦਾਹੀਰ ਨੂੰ ਹਰਾਇਆ ਸੀ ਜੋ ਕਿ ਉਸ ਸਮੇਂ ਜੋ ਭਾਰਤ ਦੇ ਵਿੱਚ ਰਾਜ ਕਰ ਰਿਹਾ ਸੀ। 712 ਏਡੀ ਦੇ ਵਿੱਚ ਆਇਆ ਸੀ। ਸਭ ਤੋਂ ਇਹ ਕੁਐਸਚਨ ਬਾਰ-ਬਾਰ ਆਉਂਦਾ ਕਿ ਸਭ ਤੋਂ ਪਹਿਲਾਂ ਜੋ ਭਾਰਤ ਦੇ ਵਿੱਚ ਕਿਸ ਅਰਬ ਨੇ ਜਾਂ ਕਿਸ ਮੁਸਲਿਮ ਨੇ ਹਮਲਾ ਕੀਤਾ ਸੀ, ਉਹ ਸੀ ਮੁਹੰਮਦ ਬਿਨ ਕਾਸਿਮ। ਹੁਣ ਕੁਝ ਰਿਲੀਜਨਸ ਦੀ ਗੱਲ ਕਰਦੇ ਹਾਂ ਜੀ। ਇਸਲਾਮ ਧਰਮ, ਠੀਕ ਹੈ ਜੀ, ਇਹਨਾਂ ਦੇ ਫਾਊਂਡਰ ਸੀ ਜੀ ਹਜ਼ਰਤ ਮੁਹੰਮਦ ਸਾਹਿਬ, ਜਿਨ੍ਹਾਂ ਦਾ ਜਨਮ ਸੀ ਉਹ ਮੱਕਾ ਦੇ ਵਿੱਚ ਹੋਇਆ ਸੀ, ਔਰ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਉਹ ਹੋਈ ਸੀ 610 ਦੇ ਵਿੱਚ, ਔਰ ਇਹਨਾਂ ਦੀ ਜੋ ਮੌਤ ਹੋਈ ਸੀ ਜੀ ਉਹ 623 ਦੇ ਵਿੱਚ ਹੋਈ ਸੀ ਮਦੀਨਾ ਦੇ ਵਿੱਚ। ਔਰ ਇਹਨਾਂ ਦੀ ਡੈਥ ਤੋਂ ਬਾਅਦ ਹੈ ਜੋ ਮੁਸਲਿਮ ਧਰਮ ਸੀ ਉਹ ਇਸਲਾਮ ਧਰਮ ਜੋ ਸੀ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਸ਼ੀਆ ਔਰ ਸੁन्नी। ਔਰ ਨੈਕਸਟ ਆਂਦਾ ਜੀ ਜ਼ੋਰੋਐਸਟਰੀਅਨਿਜ਼ਮ, ਪਾਰਸੀ ਧਰਮ ਹੈ ਜੀ ਇਹ, ਠੀਕ ਹੈ। ਔਰ ਇਹਨਾਂ ਦੇ ਜੋ ਫਾਊਂਡਰ ਸੀ ਉਹ ਸੀ ਜੀ ਪ੍ਰੋਫੈਟ ਜ਼ੋਰਾਸਟਰ, ਔਰ ਇਹਨਾਂ ਦੀ ਹੋਲੀ ਬੁੱਕ ਹੈ ਉਸਨੂੰ ਜ਼ਿੰਦ ਅਵੇਸਤਾ ਆਖਿਆ ਜਾਂਦਾ ਹੈ। ਸੋ ਇਹ ਸੀ ਜੀ ਆਪਣਾ ਅੱਜ ਦਾ ਲਾਸਟ ਲੈਕਚਰ ਐਂਸ਼ੀਅੰਟ ਹਿਸਟਰੀ ਦਾ। ਨੈਕਸਟ ਆਪਾਂ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਮਿਡੀਵਲ ਹਿਸਟਰੀ। ਤਾਂ ਮਿਡੀਵਲ ਹਿਸਟਰੀ ਜੋ ਹੈ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ, ਪੂਰੀ ਆਪਾਂ ਜੋ ਹੈ ਵਧੀਆ ਤਰੀਕੇ ਨਾਲ ਅਤੇ ਸਿੰਪਲ ਤਰੀਕੇ ਨਾਲ ਤੁਹਾਨੂੰ ਹੈ ਜੋ ਉਸਦੇ ਵਿੱਚ ਜੋ ਹੈ ਉਸਦੀ ਸ਼ੁਰੂਆਤ ਕਰਾਂਗੇ। ਸੋ ਨੈਕਸਟ ਲੈਕਚਰ ਦੇ ਵਿੱਚ ਮਿਲਦੇ ਹਾਂ ਜੀ ਆਪਾਂ ਆਪਣੇ ਮਿਡੀਵਲ ਹਿਸਟਰੀ ਦੇ ਪਹਿਲੇ ਲੈਕਚਰ ਨਾਲ। ਥੈਂਕ ਯੂ ਜੀ।